ਸਤਿ ਸ਼੍ਰੀ ਅਕਾਲ ਸਟੂਡੈਂਟਸ। ਲਾਸਟ ਟਾਈਮ ਆਪਾਂ ਟੌਪਿਕ ਸਟੱਡੀ ਕੀਤਾ ਸੀ ਮੇਅਰਮੈਂਟ ਆਫ ਨੋਨ ਇਲੈਕਟ੍ਰੀਕਲ ਕੁਆਂਟੀਟੀਜ਼, ਯਾਨੀ ਕਿ ਜਿਹੜੀਆਂ ਨੋਨ ਇਲੈਕਟ੍ਰੀਕਲ ਕੁਆਂਟੀਟੀਜ਼ ਆ ਉਹਨਾਂ ਨੂੰ ਆਪਾਂ ਕਿੱਦਾਂ ਮੇਅਰ ਕਰਦੇ ਹਾਂ। ਲਾਈਕ ਡਿਸਟੈਂਸ ਹੋ ਗਿਆ, ਤੁਹਾਡੇ ਕੋਲ ਡਿਸਪਲੇਸਮੈਂਟ ਹੋ ਗਈ, ਜਾਂ ਮੋਸ਼ਨ ਹੋ ਗਿਆ ਕਿਸੇ ਤਰ੍ਹਾਂ ਦਾ, ਜਾਂ ਫਿਰ ਆਪਣੇ ਕੋਲ ਪ੍ਰੈਸ਼ਰ ਹੋ ਗਿਆ। ਉਹ ਸਾਰੀਆਂ ਜਿਹੜੀਆਂ ਆਪਾਂ ਮੇਅਰ ਕਰਨੀਆਂ ਹੁੰਦੀਆਂ ਉਹਦੇ ਵਾਸਤੇ ਆਪਾਂ ਅਲੱਗ-ਅਲੱਗ ਮੈਥਡ ਦੀ ਟ੍ਰਾਂਸਡਿਊਸਰ ਯੂਜ਼ ਕਰਦੇ ਹਾਂ। ਆਪਾਂ ਲਾਸਟ ਟਾਈਮ ਸਟੱਡੀ ਕੀਤੇ ਸੀ। ਸੋ ਅੱਜ ਆਪਾਂ ਉਹੀ ਟੌਪਿਕ ਜਿਹੜਾ ਇੱਕ ਉਹਦੇ ਹੀ ਰਿਲੇਟਡ ਟੌਪਿਕ ਹੀ ਹੈ ਇਹ, ਮੇਅਰਮੈਂਟ ਆਫ ਟੈਂਪਰੇਚਰ, ਯਾਨੀ ਕਿ ਆਪਾਂ ਟੈਂਪਰੇਚਰ ਨੂੰ ਕਿਵੇਂ ਮੇਅਰ ਕਰਦੇ ਹਾਂ ਆਪਣੀ ਇਲੈਕਟ੍ਰੀਕਲ ਐਨਰਜੀ ਨੂੰ ਯੂਜ਼ ਕਰਕੇ, ਇਲੈਕਟ੍ਰੀਕਲ ਸਿਗਨਲ ਦੇ ਵਿੱਚ ਆਪਾਂ ਕਿਵੇਂ ਉਹਨੂੰ ਕਨਵਰਟ ਕਰਕੇ ਜਿਹੜਾ ਆ ਦੇਖਦੇ ਹਾਂ। ਸੋ ਉਹ ਆਪਾਂ ਅੱਜ ਸਟੱਡੀ ਕਰਨਾ। ਸੋ ਉਹਦੇ ਸਭ ਤੋਂ ਪਹਿਲਾ ਜਿਹੜਾ ਇਕਵਿਪਮੈਂਟ ਜਿਹੜਾ ਬਹੁਤ ਜ਼ਿਆਦਾ ਆਪਾਂ ਯੂਜ਼ ਕਰਦੇ ਹਾਂ ਉਹ ਹੁੰਦਾ ਰੈਜ਼ਿਸਟੈਂਸ ਥਰਮੋਮੀਟਰ। ਸੋ ਜਿਹੜਾ ਰੈਜ਼ਿਸਟੈਂਸ ਥਰਮੋਮੀਟਰ ਹੁੰਦਾ ਆ ਇਹ ਬੇਸਿਕਲ ਰੈਜ਼ਿਸਟੈਂਸ ਦੇ ਜਿੰਨੇ ਵੀ ਆਪਣੇ ਇਕਵਿਪਮੈਂਟ ਆ ਜਾਂ ਡਿਵਾਈਸਿਸ ਆ ਜਿਨ੍ਹਾਂ ਨਾਲ ਆਪਾਂ ਟੈਂਪਰੇਚਰ ਮੇਅਰ ਕਰਨਾ ਹੁੰਦਾ ਹੈ ਨਾ, ਇੱਕ ਚੀਜ਼ ਯਾਦ ਰੱਖਿਓ, ਉਹ ਹਮੇਸ਼ਾ ਜਿਹੜਾ ਰੈਜ਼ਿਸਟੈਂਸ ਦੇ ਫਿਨੋਮੀਨਾ 'ਤੇ ਹੀ ਕੰਮ ਕਰਨਗੇ। ਰੈਜ਼ਿਸਟੈਂਸ ਦੇ ਘੱਟ ਵੱਧ ਹੋਣ ਦੇ ਨਾਲ ਹੀ ਆਪਣਾ ਜਿਹੜਾ ਆ ਉਹਨਾਂ ਦਾ ਡਾਇਰੈਕਟ ਰਿਲੇਸ਼ਨ ਹੋਊਗਾ ਉਹਨਾਂ ਦੀ ਵਰਕਿੰਗ ਦਾ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੇ ਆਪਣੇ ਮਟੀਰੀਅਲਸ ਹੁੰਦੇ ਆ, ਕੰਡਕਟਰ ਹੁੰਦੇ ਆ, ਉਹਨਾਂ ਦਾ ਜਿਹੜਾ ਟੈਂਪਰੇਚਰ ਆਫ ਕੋਫੀਸ਼ੀਐਂਟ ਹੁੰਦਾ ਆ ਪੋਜ਼ਿਟਿਵ ਟੈਂਪਰੇਚਰ ਆਫ ਕੋਫੀਸ਼ੀਐਂਟ, ਯਾਨੀ ਕਿ ਜਿੰਨੀ ਜ਼ਿਆਦਾ ਟੈਂਪਰੇਚਰ ਉਨੀ ਜ਼ਿਆਦਾ ਰੈਜ਼ਿਸਟੈਂਸ, ਜਿੰਨਾ ਘੱਟ ਟੈਂਪਰੇਚਰ ਉਨਾ ਉਹਨਾਂ ਦੀ ਘੱਟ ਰੈਜ਼ਿਸਟੈਂਸ। ਇਸੇ ਕਰਕੇ ਜਿਹੜੇ ਕੰਡਕਟਰ ਸੁਪਰ ਕੰਡਕਟਰ ਇਹ ਨੈਗੇਟਿਵ ਦੇ ਟੈਂਪਰੇਚਰ 'ਚ ਬਣਦੇ ਆ। ਸੈਮੀ ਕੰਡਕਟਰ ਦਾ ਵੀ ਨੈਗੇਟਿਵ ਹੁੰਦਾ ਅਤੇ ਰੈਜ਼ਿਸਟੈਂਸ ਜਿਹੜੇ ਆਪਣੇ ਇੰਸੂਲੇਟਰ ਹੁੰਦੇ ਇਹਨਾਂ ਦਾ ਵੀ ਕੀ ਹੁੰਦਾ, ਨੈਗੇਟਿਵ ਟੈਂਪਰੇਚਰ ਆਫ ਕੋਫੀਸ਼ੀਐਂਟ ਹੁੰਦਾ। ਸੋ ਟੈਂਪਰੇਚਰ ਦੇ ਚੇਂਜ ਹੋਣ ਨਾਲ ਮਟੀਰੀਅਲ ਦੀ ਰੈਜ਼ਿਸਟੈਂਸ ਜਿਹੜੀ ਹੈ ਇਹ ਤਾਂ ਚੇਂਜ ਹੁੰਦੀ ਹੀ ਹੁੰਦੀ ਆ, ਇਹ ਤਾਂ ਕਨਫਰਮ ਆ। ਠੀਕ ਆ। ਸੋ ਉਹੀ ਫਿਨੋਮੀਨਾ ਜਿਹੜਾ ਹੁੰਦਾ, ਜਾਂ ਉਹੀ ਇੱਕ ਕਹਿ ਲਓ ਵੀ ਜਿਹੜੀ ਵਰਕਿੰਗ ਹੁੰਦੀ ਹੈ, ਇੱਕ ਪ੍ਰਿੰਸੀਪਲ ਹੁੰਦਾ, ਉਹੀ ਆਪਾਂ ਯੂਜ਼ ਕਰਕੇ ਜਿਹੜਾ ਆਪਣਾ ਟੈਂਪਰੇਚਰ ਜਿਹੜਾ ਮੇਅਰ ਕਰਦੇ ਹਾਂ। ਸੋ ਰੈਜ਼ਿਸਟੈਂਸ ਥਰਮੋਮੀਟਰ ਹੁੰਦਾ ਹੈ ਜਿਹਨੂੰ ਆਪਾਂ RTD ਵੀ ਕਹਿ ਦਿੰਦੇ ਹਾਂ, ਰੈਜ਼ਿਸਟੈਂਸ ਟੈਂਪਰੇਚਰ ਡਿਟੈਕਟਰ। ਯਾਦ ਰੱਖਿਓ ਐਗਜ਼ਾਮ ਦੇ ਵਿੱਚ ਸਾਨੂੰ RTD ਵੀ ਪੁੱਛ ਸਕਦਾ ਅਤੇ ਰੈਜ਼ਿਸਟੈਂਸ ਥਰਮੋਮੀਟਰ ਵੀ, ਦੋਨੋਂ ਪੁੱਛ ਸਕਦਾ, ਕਨਫਿਊਜ਼ ਨਾ ਹੋਈਓ, ਬੋਥ ਆਰ ਦਾ ਸੇਮ ਥਿੰਗ। ਸੋ ਇਹ ਜਿਹੜੀ ਚੀਜ਼ ਹੁੰਦੀ ਨੇ, ਮੋਸਟਲੀ ਕਦੇ ਵੀ ਤੁਸੀਂ ਆਪਣਾ ਗੀਜ਼ਰ ਨੂੰ ਓਪਨ ਕਰਿਓ, ਗੀਜ਼ਰ ਨੂੰ ਜਦੋਂ ਤੁਸੀਂ ਓਪਨ ਕਰਦੇ ਹੋ ਉਹਦੇ ਵਿੱਚ ਵੀ ਇਹ ਚੀਜ਼ ਤੁਹਾਨੂੰ ਦੇਖਣ 'ਚ ਮਿਲ ਜਾਂਦੀ ਹੈ, ਜਿਹਦੇ ਵਿੱਚ ਕੀ ਹੁੰਦਾ, ਇੱਕ ਟਿਊਬ ਹੁੰਦੀ ਹੈ, ਉਹ ਪਾਣੀ ਦੇ ਵਿੱਚ ਜਿਹੜੀ ਇੰਨੀ ਚੀਜ਼ ਹੁੰਦੀ ਹੈ ਇਹ ਪਾਣੀ ਦੇ ਵਿੱਚ ਹੁੰਦੀ ਹੈ। ਸੋ ਪਾਣੀ ਦਾ ਟੈਂਪਰੇਚਰ ਜਦੋਂ ਇਨਕਰੀਜ਼ ਹੁੰਦਾ ਹੈ ਤਾਂ ਉੱਪਰ ਸਿਗਨਲ ਚਲਿਆ ਜਾਂਦਾ, ਰੈਜ਼ਿਸਟੈਂਸ ਵੇਰੀ ਕਰਦੀ, ਜਿਹਦੇ ਕਰਕੇ ਕੀ ਆ ਆਟੋ ਕੱਟ ਹੋ ਜਾਂਦਾ। ਠੀਕ ਆ। ਸੋ ਇਹ ਚੀਜ਼ ਵੀ ਹੁੰਦੀ ਹੈ ਉਹਦੇ ਵਿੱਚ। ਸੋ ਇਹਨੂੰ ਆਪਾਂ ਸਟੱਡੀ ਕਰਦੇ ਹਾਂ। ਰੈਜ਼ਿਸਟੈਂਸ ਥਰਮੋਮੀਟਰ ਆਰ ਆਲਸੋ ਕਾਲਡ ਰੈਜ਼ਿਸਟੈਂਸ ਟੈਂਪਰੇਚਰ ਡਿਟੈਕਟਰ, ਯਾਨੀ ਕਿ ਇਹਨਾਂ ਨੂੰ ਰੈਜ਼ਿਸਟੈਂਸ ਟੈਂਪਰੇਚਰ ਡਿਟੈਕਟਰ ਵੀ ਆਪਾਂ ਕਹਿ ਦਿੰਦੇ ਹਾਂ। ਆਰ ਸੈਂਸਰਸ ਯੂਜ਼ ਟੂ ਮੇਅਰ ਟੈਂਪਰੇਚਰ, ਸੈਂਸਰ ਹੁੰਦੇ ਜਿਹੜੇ ਕਿ ਟੈਂਪਰੇਚਰ ਨੂੰ ਮੇਅਰ ਕਰਨ ਵਾਸਤੇ ਆਪਾਂ ਯੂਜ਼ ਕਰਦੇ ਹਾਂ। ਮੈਨੀ RTD ਐਲੀਮੈਂਟਸ, ਯਾਨੀ ਕਿ ਬਹੁਤ ਸਾਰੇ ਰੈਜ਼ਿਸਟੈਂਸ ਟੈਂਪਰੇਚਰ ਡਿਟੈਕਟਰ ਐਲੀਮੈਂਟ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਕੀ ਹੁੰਦਾ, ਲੈਂਥ ਆਫ ਫਾਈਨ ਵਾਇਰ, ਯਾਨੀ ਕਿ ਇੱਕ ਬਰੀਕ ਤਾਰ ਹੁੰਦੀ ਆ ਜਿਹਨੂੰ ਕੀ ਕੀਤਾ ਹੁੰਦਾ, ਰੈਪ ਕੀਤਾ ਹੁੰਦਾ ਕਿਹਦੇ ਅਰਾਊਂਡ, ਸੈਰਾਮਿਕ ਜਾਂ ਗਲਾਸ ਦੀ ਕੋਰ ਦੇ ਅਰਾਊਂਡ ਕੀ ਕੀਤਾ ਹੁੰਦਾ, ਉਹਨੂੰ ਰੈਪ ਕੀਤਾ ਹੁੰਦਾ। ਬਾਕੀ ਅਦਰ ਹੋਰ ਕੰਸਟਰਕਸ਼ਨ ਵੀ ਯੂਜ਼ ਕਰਦੇ, ਜਿੱਦਾਂ ਇੱਕ ਤਾਂ ਹੋ ਗਈ ਨਾ ਵੀ ਸਿਰਾਮਿਕ ਕੋਰ ਦੇ ਅਰਾਊਂਡ ਆਪਾਂ ਉਹਨੂੰ ਰੋਟੇਟ ਕਰ ਦੇਣਾ ਫਾਈਨ ਵਾਇਰ ਨੂੰ। ਇੱਕ ਆਹ ਹੁੰਦੀ ਆ ਆਪਣੇ ਕੋਲ, ਦੇਖੋ ਸਿੰਪਲ ਆਪਾਂ ਇੱਕ ਕੰਸਟਰਕਸ਼ਨ ਹੈ ਜਿਹਦੇ ਵਿੱਚ ਕੀ ਹੈ, ਇੱਕ ਆਹ ਆਪਣੇ ਕੋਲ ਵੇਰੀਏਬਲ ਰੈਜ਼ਿਸਟੈਂਸ, ਸੌਰੀ ਵੇਰੀਏਬਲ ਰੈਜ਼ਿਸਟੈਂਸ ਨਹੀਂ, ਇਹ ਆਪਣੇ ਕੋਲ ਫਾਈਨ ਵਾਇਰ ਆ ਇੱਕ ਸਿੰਪਲ, ਜਿਹਦੀ ਰੈਜ਼ਿਸਟੈਂਸ ਜਿਹੜੀ ਆ ਵੇਰੀ ਕਰਦੀ ਆ ਵੀ ਕਿੰਨਾ ਅੱਗੇ ਟੈਂਪਰੇਚਰ ਆ, ਉਸ ਹਿਸਾਬ ਨਾਲ ਇਹਦੀ ਜਿਹੜੀ ਰੈਜ਼ਿਸਟੈਂਸ ਹੋਊਗੀ ਉਹ ਵੇਰੀ ਕਰੂਗੀ। ਓਕੇ। ਬਾਕੀ ਜਿਹੜੀ RTD ਵਾਇਰ ਹੁੰਦੀ ਹੈ, ਯਾਨੀ ਕਿ ਜਿਹੜਾ ਡਿਟੈਕਟਰ ਹੁੰਦਾ ਜਾਂ ਟੈਂਪਰੇਚਰ ਥਰਮੋਮੀਟਰ ਹੁੰਦਾ ਆ, ਉਹਦੀ ਜਿਹੜੀ ਵਾਇਰ ਹੁੰਦੀ ਆ ਪਿਓਰ ਮਟੀਰੀਅਲ ਦੀ ਬਣੀ ਹੋਣੀ ਚਾਹੀਦੀ, ਲਾਈਕ ਪੂਰਾ ਪਲਾਟੀਨਮ ਹੋਵੇ, ਪੂਰਾ ਨਿਕਲ ਹੋਵੇ, ਜਾਂ ਕਾਪਰ ਹੋਵੇ। ਠੀਕ ਹੈ, ਯਾਨੀ ਕਿ ਮਿਕਸ ਨਹੀਂ ਹੋਣਾ ਚਾਹੀਦਾ ਵੀ ਅੱਧੀ ਤਾਰ ਕਾਪਰ ਦੀ ਜਾਂ ਅੱਧੀ ਆਪਣੀ ਪਲਾਟੀਨਮ ਦੀ ਹੋਵੇ। ਸਾਰੀ ਤਾਰ ਜਿਹੜੀ ਹੈ ਜਾਂ ਪਲਾਟੀਨਮ, ਯਾਨੀ ਕਿ ਪੂਰੀ ਦੀ ਪੂਰੀ ਤਾਰ ਜਿਹੜੀ ਹੈ ਇੱਕੋ ਮਟੀਰੀਅਲ ਦੀ ਬਣੀ ਹੋਣੀ ਚਾਹੀਦੀ ਹੈ। ਠੀਕ ਹੈ। The resistance thermometer is placed inside the protective tube for providing the protection against damage, ਯਾਨੀ ਕਿ ਆ ਦੇਖੋ ਇੱਕ ਜਿਹੜਾ ਮੇਨ ਇਹਦੇ RTD ਦਾ ਮੇਨ ਪਾਰਟ ਹੁੰਦਾ ਨਾ, ਪਿੱਛੇ ਵਾਲਾ ਹਿੱਸਾ ਹੁੰਦਾ ਇਹਦਾ। ਠੀਕ ਹੈ। ਸੋ ਇਹਨੂੰ ਆਪਾਂ ਕੀ ਕੀਤਾ ਹੁੰਦਾ, ਇੱਕ ਪ੍ਰੋਟੈਕਟਿਵ ਕੇਸ ਜਾਂ ਟਿਊਬ ਦੇ ਵਿੱਚ ਲਗਾਇਆ ਹੁੰਦਾ। ਬਾਕੀ ਆ ਵੀ ਜਿਹੜਾ ਹੁੰਦਾ ਨਾ, ਇਹਦਾ ਆਊਟਰ ਸਰਫੇਸ ਜਿਹੜਾ ਹੁੰਦਾ ਇਹ ਵੀ ਪੂਰੀ ਤਰ੍ਹਾਂ ਪ੍ਰੋਟੈਕਟਿਡ ਹੁੰਦਾ। ਇਹਦੇ ਅੰਦਰ ਆ ਹੁੰਦੀਆਂ ਲੀਡਸ ਹੁੰਦੀਆਂ ਇਹਦੇ ਵਿੱਚ, ਜਿਹੜੀਆਂ ਟੈਂਪਰੇਚਰ ਜਿਹੜੀਆਂ ਹੁੰਦੀਆਂ ਟੈਂਪਰੇਚਰ ਟ੍ਰਾਂਸਫਰ ਕਰਨ ਦਾ ਕਹਿ ਲਓ ਕੰਮ ਕਰਦੀਆਂ, ਟੈਂਪਰੇਚਰ ਨੂੰ ਅੱਗੇ ਤੱਕ ਟ੍ਰਾਂਸਫਰ ਕਰਦੀਆਂ, ਜਿਹਦੇ ਕਰਕੇ ਇੱਥੇ ਟੈਂਪਰੇਚਰ ਵੇਰੀ ਹੁੰਦਾ। ਠੀਕ ਹੈ। So the resistive element is formed by placing the platinum wire on the ceramic bobbin, ਯਾਨੀ ਕਿ ceramic ਦਾ bobbin ਕਹਿ ਲਓ। bobbin ਹੁੰਦਾ ਹੈ ਜਿਹਦੇ ਉੱਪਰ ਆਪਾਂ ਕੋਈ ਵੀ ਵਾਈਂਡਿੰਗ ਕਰਦੇ ਹਾਂ, ਜਿੱਦਾਂ ਮੰਨ ਲਓ ਟਰਾਂਸਫਾਰਮਰ ਹੁੰਦਾ ਨਾ, ਛੋਟਾ ਟਰਾਂਸਫਾਰਮਰ ਦੇ ਉੱਪਰ ਆਪਾਂ ਕੀ ਕਰਦੇ ਹਾਂ ਜਦੋਂ ਵਾਈਂਡਿੰਗ ਕਰਨੀ ਹੁੰਦੀ ਨਾ ਟਰਾਂਸਫਾਰਮਰ ਦੀ, ਤਾਂ ਉਹ ਸ਼ੇਪ ਦੇਣ ਵਾਸਤੇ ਉਹਨੂੰ ਆਪਾਂ ਬੋਬਿਨ ਯੂਜ਼ ਕਰਦੇ ਹਾਂ, ਅਤੇ ਉੱਪਰ ਆਪਾਂ ਵਾਈਂਡਿੰਗ ਕਰ ਦਿੰਦੇ ਹਾਂ। ਸੋ ਇੱਦਾਂ ਹੀ ਜਿਹੜਾ ਹੁੰਦਾ ਸਿਰਾਮਿਕ ਦਾ ਬੋਬਿਨ ਹੁੰਦਾ, ਉਹਦੇ ਉੱਪਰ ਪਲਾਟੀਨਮ ਦੀ ਵਾਇਰ ਨਾਲ ਆਪਾਂ ਵਾਈਂਡਿੰਗ ਕਰਦੇ ਹਾਂ। ਬਾਕੀ ਜਿਹੜਾ ਰੈਜ਼ਿਸਟਿਵ ਐਲੀਮੈਂਟ ਹੁੰਦਾ ਉਹ ਟਿਊਬ ਦੇ ਅੰਦਰ ਆ ਦੇਖੋ, ਆ ਮੇਰੇ ਕੋਲ ਹੁੰਦਾ ਟਿਊਬ, ਜਿਹੜੀ ਆਹ ਵਾਲਾ ਪਾਰਟ ਤੁਸੀਂ ਦੇਖ ਰਹੇ ਹੋ ਨਾ, ਆ ਪੂਰੀ। ਠੀਕ ਆ, ਉਹ ਆਹੀ ਆ ਉਹਦਾ ਇੰਟਰਨਲ ਵਿਊ। ਸੋ ਇਹਦੇ ਵਿੱਚ ਮੇਰੇ ਕੋਲ ਦੇਖੋ ਇੰਸੂਲੇਟਰ ਹੋ ਗਿਆ, ਸ਼ੀਥ ਹੋ ਗਿਆ। ਸ਼ੀਥ ਦਾ ਕੰਮ ਕੀ ਹੁੰਦਾ, ਆਪਣੇ ਕੋਲ ਮੋਇਸਚਰ ਨੂੰ ਅੰਦਰ ਜਾਣਾ, ਮੰਨ ਲਓ ਇਹਨੂੰ ਪਾਣੀ ਦਾ ਟੈਂਪਰੇਚਰ ਚੈੱਕ ਕਰਨਾ, ਜੇ ਸ਼ੀਥ ਨਾ ਹੋਊਗੀ ਤਾਂ ਪਾਣੀ ਸਿੱਧਾ ਅੰਦਰ ਚਲ ਜਾਣਾ, ਜਿਹਦੇ ਕਰਕੇ ਸੜ ਵੀ ਸਕਦਾ। ਇਸ ਕਰਕੇ ਸ਼ੀਥ ਲਗਾਈ ਹੁੰਦੀ, ਪਾਣੀ ਨਾ ਅੰਦਰ ਜਾਵੇ। ਉਸ ਤੋਂ ਬਾਅਦ ਜਿਹੜਾ ਬਲੂ ਵਾਲਾ ਪਾਰਟ ਆ, ਇਹ ਜਿਹੜਾ ਆ ਇੰਸੂਲੇਟਰ ਆ। ਠੀਕ ਆ, ਇਹ ਤਾਂ ਲਗਾਇਆ ਹੁੰਦਾ ਤਾਂ ਕਿ ਜਿਹੜੀਆਂ ਦੋਨੋਂ ਲੀਡਸ ਆ ਇਹ ਆਪਸ ਦੇ ਵਿੱਚ ਟੱਚ ਨਾ ਕਰਨ।
ठीक है, क्यों लाया होंदा ताकि दोनों लीड्स आपस दे विच टच ना करन। नैक्सट मेरे को आ जाता कनैक्शन टू लीड, ठीक है। सो जो रजिस्ट आम अपने को तार होंगी है तो कनैक्शन भी तो करना होंगे ना, सो आप की करते हैं अगे ये करते हैं कनैक्शन लीड के नाल, ठीक है। उस तो बाद मेरे को मेन पार्ट जोड़ा रजिस्टेंस थर्मोमीटर आ जाता इतने, ठीक जी जिहदी रजिस्टेंस वेरी होंगी है, यदि रजिस्टेंस वेरी होगी उस हिसाब से अपन टैंपरेचर का पता लग जूगा घटिया कि वधिया। सो द रजिस्टेंस एलीमेंट इज प्लेसड इनसाइड द ट्यूब विच इज़ मेड अप ऑफ सिलिकॉन स्टील और कॉपर स्टील। सो जो आउटर आ वाली बॉडी आ ये जी है कि बनी होगी स्टेनलैस स्टील की कॉपर स्टील की बनी होगी। सो द लीड वायर इज़ यूज्ड फॉर कनैक्टिंग द रजिस्टेंस एलीमेंट विद एक्सटर्नल लीड, ठीक है। सो लीड वायर यूज़ करते हैं आप कनैक्शन करने वास्ते एक्सटर्नल तो इंटरनल जी वायर होंगी उन्होंने, ओके। द लीड वायर इज़ कवर्ड विद द इंसुलेटेड ट्यूब विच प्रोटैक्ट इट फ्रॉम शॉर्ट सर्किट। तुहानूं दस्सिया भी जी अपने को लीड होंगी लीड्स होंगे इन्होंने दोनों को प्रोटैक्ट करने वास्ते कि रखा होंगे आप इंसुलेटर के रखा होंगे ताकि एक दूजे टच ना हो जाए, ओके। So the ceramic material is used as insulator for high temperature material and for low temperature glass or fiber is used। यानी कि जो इंसुलेटर आ इनू जे तो बहुत ज़्यादा टैंपरेचर है फिर सिरामिक यूज़ करांगे, तो जे लो टैंपरेचर आ फिर आप उत्थे ग्लास या फाइबर यूज़ करांगे, क्योंकि जे हाई टैंपरेचर पर भी आप ग्लास या फाइबर यूज़ करांगे तो मेल्ट होने का खतरा ज़्यादा होंदा उहदे विच, ओके। सो नैक्सट द हीट इज़ यूनीफॉर्मली डिस्ट्रीब्यूटेड अक्रॉस द रजिस्टिव एलीमेंट। यानी कि जो रजिस्टिव एलीमेंट है ये अक्रॉस की होंदा जी हीट होंगी आ पूरी तरह के नाल बराबरी के नाल जी यूनीफॉर्मली की होंगी हो जाती डिस्ट्रीब्यूट हो जाती है। सो ये जी हीट होंगी है यही अगे जाके ना इतने जी वायर होंगी है ये नाल टच होंगी है, ठीक है। सो ये जो हीट कह लो भी ट्रांसफर हुई इतों हीट इतों ट्रांसफर हुई अगे तो जी जो इतने हीट पहुंची तो इन्हें की करना ये रजिस्टेंस की वायर की रजिस्टेंस में चेंज करना, ठीक है। सो वो जी रजिस्टेंस चेंज हुई आ वो जिनी ज़्यादा चेंज होगी उस हिसाब नाल आपां नूं जिहड़ा ज़्यादा टैंपरेचर के चेंज का पता लगूगा, ठीक है। जिन्नी रजिस्टेंस ज़्यादा चेंज हुई है उन्ना ही यानी कि टैंपरेचर जोड़ा है वो ज़्यादा चेंज होया, ओके। सो इदा जो होंगे अपना रजिस्टेंस थर्मोमीटर जां रजिस्टेंस टैंपरेचर डिटैक्टर जोड़ा होंगे यह काम करता है RTD भी जिन्होंने आप कह दें। ये आप अपने ना गीज़र वगैरह के भी ये यूज़ करते हैं जिद कि जो खोलोगे गीज़र में तो दो रॉड्स निकलदियाँ जिद अपना थर्मोस्टैट लगा होंगे ना दो रॉड निकलदियाँ। सो रॉड के भी यही चीज़ होंगी है, ठीक है। वो भी टैंपरेचर होंगे डिटैक्ट होंगे बट वो एक्चुअल उत्थे आप की करते हैं वो ना थर्मोमीटर नहीं लगा होंगे उत्थे बायोमैटल लगा होंगे इस जगह के उपर, ठीक है। सो जो हीट ट्रांसफर होंगी है जो हीट ज़्यादा हो तो बायोमैटल बैंड होकर कनैक्टर में ओपन कर दिंदा तो जो हीट घट हो बायोमैटल फिर जुड़ जाता। बस उत्थे उही जगह उही ही आप फिनोमिना उही यूज़ किया, बस वो आप बायोमैटल इत्थे आप की रजिस्टेंस एक वायर के नाल की रीप्लेस करता। हुण इत्थे वायर की रजिस्टेंस जी चेंज होंगी है, सो वायर की जो रजिस्टेंस चेंज होनी है उत्थों ही आपको पता लग जाता कि जो टैंपरेचर है वो कितना वेरी होया तो उही आप रीडिंग जी अगे शो कर दें। नैक्सट मेरे को आ जाते हैं थर्मिस्टर्स। सो थर्मिस्टर जोड़ा होंगे ये दो वर्ड्स में जोड़ के बनया एक वर्ड आ थर्मल तो रजिस्टर। सो थर्मल तो रजिस्टेंस में आपस के जोड़ा तो थर्मिस्टर बनता। सो ये भी एक जी होंगी है मेरे को छोटी आ देखो आ थर्मिस्टर्स ने सारिया काफ़ी इलैक्ट्रॉनिक सर्किट के बहुत यूज़ करते हैं, इन्होंने देखा भी होगा। सो ये भी एक अपने को इलैक्ट्रिकल रजिस्टेंस टाइप ऑफ रजिस्टेंस ही होंगी है जिहदी रजिस्टेंस की होंगी इलैक्ट्रिकल रजिस्टेंस वेरी करती है टैंपरेचर के वेरी करना। सो आपको पता ही है भी ग्राफ के अकॉर्डिंग देखो जिन्ना टैंपरेचर ज़्यादा होगा उन्नी रजिस्टेंस घट होगी। सो उस हिसाब नाल काम करते हैं। बाकी देखो थोड़ी बहुत रजिस्टेंस तो जी होंगी है ना हर अपने नॉर्मल रजिस्टेंस जो आप सिरामिक रजिस्टर भी लैंने तो वो भी आप जो टैंपरेचर में वेरी करांगे तो रजिस्टेंस जी होंगी है वो वेरी करते हैं, ठीक है। हुण देखो जो सिरामिक रजिस्टेंस सिरामिक होंगे वो पॉजिटिव सॉरी नैगेटिव टैंपरेचर ऑफ कॉफिशेंट होंगे वह क्योंकि सिरामिक इंसुलेटिंग मटीरियल आ, ओके। नैगेटिव टैंपरेचर ऑफ कॉफिशेंट का की मतलब आ देखो आ मतलब वह नैगेटिव टैंपरेचर ऑफ कॉफिशेंट का कि जिन्ना टैंपरेचर ज़्यादा होगा उन्नी रजिस्टेंस की होगी घटूगी, ठीक है। सो ये नैगेटिव टैंपरेचर ऑफ कॉफिशेंट होंगे। सो आम रजिस्टेंस के भी ये होंगे ही आ सिरामिक रजिस्टेंस या होर रजिस्टेंस लईए। बट जे थर्मिस्टर की आप एग्जाम्पल लीए थर्मिस्टर ही क्यों यूज़ करते हो इस करके थर्मिस्टर ज़्यादा सेंसिटिव होंगे एज़ कंपेयर टू सिरामिक रजिस्टर्स। जोड़े अपने थर्मिस्टर होंगे ज़्यादा सेंसिटिव होंगे आ इस करके आप इन्होंने यूज़ करते। बाकी इन्हों का प्राइस भी बहुत घट होंगे चीप होंगे एक्यूरेट होंगे तो जल्दी किते खराब भी नहीं होंगे ये। सो इस करके इन्होंने आप काफ़ी यूज़ करते हैं। बाकी थर्मिस्टर वाइल थर्मिस्टर डू नॉट वर्क वैल इन एक्सट्रीमली हॉट और कोल्ड टैंपरेचर दे आर द सेंसर ऑफ चॉइस फॉर मैनी डिफरेंट एप्लीकेशन। बाकी जो थर्मिस्टर होंगे जिथे बहुत ज़्यादा टैंपरेचर मेयर करना हो उत्थे भी आपने यूज़ करते हैं, जिथे बहुत ज़्यादा ठंडा टैंपरेचर हो उत्थे भी नहीं यूज़ करते, मतलब कि एक्सट्रीम कंडीशन नहीं आप यूज़ करते क्योंकि आप नॉर्मल कंडीशन जी होंगे उन्होंने ही यूज़ करते हैं। बल्कि RTD की गल करिए RTD आप हाई टैंपरेचर पर यूज़ कर लेंगे हैं, ठीक है। बट इनू थर्मिस्टर नहीं आप हाई टैंपरेचर पर यूज़ करते। बाकी जी वर्किंग होंगी आ वो ये ग्राफ के उपर ही डिपेंड करती है
ਕਿ ਜਿੰਨਾ ਆਪਣਾ ਟੈਂਪਰੇਚਰ ਜ਼ਿਆਦਾ ਹੋਊਗਾ, ਦੇਖੋ ਜਿੱਦਾਂ ਜਿੱਦਾਂ ਟੈਂਪਰੇਚਰ ਵਧੀ ਜਾਂਦਾ ਉਸੇ ਹਿਸਾਬ ਨਾਲ ਜਿਹੜੀ ਰੈਜ਼ਿਸਟੈਂਸ ਆ ਉਹ ਕੀ ਹੋ ਰਹੀ ਹੈ, ਡਾਊਨ ਜਾ ਰਹੀ, ਤੇ ਇੱਕ ਪਰਟੀਕੂਲਰ ਪੁਆਇੰਟ ਤੇ ਜਾਂ ਟੈਂਪਰੇਚਰ ਤੇ ਆ ਕੇ ਰੈਜ਼ਿਸਟੈਂਸ ਜਿਹੜੀ ਆ ਉਹ ਕਾਂਸਟੈਂਟ ਜਿਹੜੀ ਹੁੰਦੀ ਆ ਉਹ ਹੋ ਜਾਂਦੀ ਹੈ। ਓਕੇ, ਸੋ ਇਹੀ ਜਿਹੜਾ ਹੁੰਦਾ ਇਹਦਾ ਵਰਕਿੰਗ ਪ੍ਰਿੰਸੀਪਲ ਹੁੰਦਾ। ਬਾਕੀ ਜਿਹੜੀ ਇਹਦੀ ਰੈਜ਼ਿਸਟੈਂਸ ਜਿਹੜੀ ਹੁੰਦੀ ਆ ਉਹ ਬਾਕੀ ਮਟੀਰੀਅਲ 'ਤੇ ਵੀ ਡਿਪੈਂਡ ਕਰਦੀ ਆ ਵੀ ਆਪਾਂ ਮਟੀਰੀਅਲ ਕਿਹੜਾ ਯੂਜ਼ ਕੀਤਾ ਹੈ। ਠੀਕ ਹੈ, ਕਈਆਂ ਦੀ ਰੈਜ਼ਿਸਟੈਂਸ ਘੱਟ ਹੁੰਦੀ ਹੈ, ਕਈਆਂ ਦੀ ਜ਼ਿਆਦਾ ਹੁੰਦੀ ਹੈ, ਉਹ ਹੁਣ ਡਿਪੈਂਡ ਕਰਦਾ ਵੀ ਕਿਹੜਾ ਮਟੀਰੀਅਲ ਤੁਸੀਂ ਯੂਜ਼ ਕੀਤਾ ਜਾਂ ਕਿੱਦਾਂ ਦੀ ਕੰਡੀਸ਼ਨ ਦੇ ਵਿੱਚ ਆਪਾਂ ਇਹਨੂੰ ਯੂਜ਼ ਕਰ ਰਹੇ ਹਾਂ, ਉਹ ਵੀ ਜਿਹੜੇ ਇਫੈਕਟ ਪਾਊਗੀ। ਸੋ ਉਹੀ ਇੱਥੇ ਲਿਖਿਆ, ਹਾਊ ਮਚ ਦਾ ਰੈਜ਼ਿਸਟੈਂਸ ਚੇਂਜਸ ਡਿਪੈਂਡ ਅਪੋਨ ਦਾ ਟਾਈਪ ਆਫ ਮਟੀਰੀਅਲ ਯੂਜ਼ਡ ਇਨ ਥਰਮਿਸਟਰ, ਜੇ ਕਿ ਕਿਹੜਾ ਮਟੀਰੀਅਲ ਆਪਾਂ ਯੂਜ਼ ਕੀਤਾ ਇਹਦੇ ਵਿੱਚ ਉਹਦੇ ਉੱਪਰ ਵੀ ਜਿਹੜੀ ਹੈ ਰੈਜ਼ਿਸਟੈਂਸ ਡਿਪੈਂਡ ਕਰੂਗੀ। ਜੇ ਕਿਸੇ ਦੀ ਇਨਸੂਲੇਸ਼ਨ ਬਹੁਤ ਜ਼ਿਆਦਾ ਤਾਂ ਉਹਨੂੰ ਥੋੜ੍ਹਾ ਟਾਈਮ ਲੱਗੂਗਾ ਰੈਜ਼ਿਸਟੈਂਸ ਡਾਊਨ ਜਾਣ ਨੂੰ, ਜੇ ਕਿਸੇ ਦੀ ਰੈਜ਼ਿਸਟੈਂਸ ਥੋੜ੍ਹੀ ਘੱਟ ਆ ਤਾਂ ਉਹ ਜਲਦੀ ਡਾਊਨ ਚਲ ਜੂਗੀ। ਠੀਕ, ਬਾਕੀ ਇਹਦਾ ਜਿਹੜਾ ਰਿਲੇਸ਼ਨਸ਼ਿਪ ਹੁੰਦਾ ਥਰਮਿਸਟਰ ਦਾ ਟੈਂਪਰੇਚਰ ਤੇ ਰੈਜ਼ਿਸਟੈਂਸ ਦਾ ਨੋਨ ਲੀਨੀਅਰ ਹੁੰਦਾ। ਠੀਕ ਹੈ, ਨੋਨ ਲੀਨੀਅਰ ਦਾ ਕੀ ਮਤਲਬ ਆ, ਜੇ ਦੇਖੋ ਮੈਂ ਲੀਨੀਅਰ ਕਹਿੰਦਾ ਇਹਨੂੰ, ਜੇ ਮੈਂ ਇਸ ਜੇ ਕਹਿੰਦਾ ਵੀ ਲੀਨੀਅਰ ਹੁੰਦਾ ਰਿਲੇਸ਼ਨਸ਼ਿਪ, ਫਿਰ ਕੀ ਹੋਣਾ ਸੀ, ਫਿਰ ਜੇ ਮੇਰਾ ਗ੍ਰਾਫ ਬਿਲਕੁਲ ਸਟ੍ਰੇਟ ਲਾਈਨ ਦੀ ਤਰ੍ਹਾਂ ਆਉਣਾ ਸੀ। ਠੀਕ ਆ, ਬਟ ਹੁਣ ਸਟ੍ਰੇਟ ਲਾਈਨ ਦੀ ਤਰ੍ਹਾਂ ਨਹੀਂ ਆ ਰਿਹਾ, ਹੁਣ ਕੀ ਆ ਰਿਹਾ, ਥੋੜ੍ਹਾ ਜਿਹਾ ਇਹਦੇ ਵਿੱਚ ਕੀ ਆ ਰਿਹਾ, ਕਰਵ ਆ ਰਿਹਾ। ਸੋ ਇਟ ਮੀਨਸ ਕਿ ਇਹ ਕੀ ਆ, ਨੋਨ ਲੀਨੀਅਰ ਗ੍ਰਾਫ ਹੁੰਦਾ, ਜਾਂ ਨੋਨ ਲੀਨੀਅਰ ਇਹਦਾ ਹੁੰਦਾ ਜਿਹੜਾ ਆਪਰੇਸ਼ਨ ਹੁੰਦਾ ਇਹਦਾ ਆਪਸ 'ਚ ਰਿਲੇਸ਼ਨ ਹੁੰਦਾ, ਸੌਰੀ। ਠੀਕ ਆ, ਨੋਨ ਲੀਨੀਅਰ ਰਿਲੇਸ਼ਨ ਹੁੰਦਾ ਹੈ ਇਹਨਾਂ ਦਾ ਆਪਸ 'ਚ ਰੈਜ਼ਿਸਟੈਂਸ ਦਾ ਅਤੇ ਟੈਂਪਰੇਚਰ ਦਾ ਥਰਮਿਸਟਰ ਦੇ ਕੇਸ ਦੇ ਵਿੱਚ। ਬਾਕੀ ਗ੍ਰਾਫ ਬਣਿਆ ਹੋਇਆ ਇਹਨੂੰ ਡਰਾਅ ਕਰ ਲਿਓ। ਠੀਕ ਆ, ਸੋ ਇਹ ਥਰਮਿਸਟਰ ਹੁੰਦੇ ਆ। ਲਾਸਟ ਆਪਾਂ ਸਟੱਡੀ ਕਰਨਾ ਹੈ ਇਹਦੇ ਵਿੱਚ ਟੈਂਪਰੇਚਰ ਮੇਜ਼ਰ ਕਰਨ ਵਾਸਤੇ ਥਰਮੋਕਪਲ। ਸੋ ਥਰਮੋਕਪਲ ਜਿਹੜਾ ਆਪਾਂ ਲਾਸਟ ਟਾਈਮ EEM ਦੇ ਵਿੱਚ ਵੀ ਚੰਗੀ ਤਰ੍ਹਾਂ ਸਟੱਡੀ ਕੀਤਾ ਸੀਗਾ। ਥਰਮੋਕਪਲ ਯਾਨੀ ਕਿ ਜਦੋਂ ਦੋ ਅਲੱਗ-ਅਲੱਗ ਟੈਂਪਰੇਚਰਸ ਤੇ ਮੈਟਲ ਨੂੰ ਆਪਾਂ ਕਪਲ ਕਰ ਦਿੰਦੇ ਹਾਂ ਆਪਸ 'ਚ, ਸੋ ਥਰਮੋਕਪਲ ਬਣ ਜਾਂਦਾ। ਸੋ ਥਰਮੋਕਪਲ ਕੀ ਹੁੰਦਾ, ਥਰਮੋਕਪਲ ਇਜ਼ ਡਿਫਾਈਨਡ ਐਜ਼ ਦਾ ਥਰਮਲ ਜੰਕਸ਼ਨ that function is based on the phenomena of ਥਰਮੋ ਇਲੈਕਟ੍ਰਿਕ ਫੀਲਡ, ਯਾਨੀ ਕਿ ਥਰਮੋ ਇਲੈਕਟ੍ਰਿਕ ਫੀਲਡ ਦੇ ਫਿਨੋਮੀਨਾ ਦੇ ਬੇਸਿਕ ਫਿਨੋਮੀਨਾ ਤਾਂ ਇਹਦਾ ਕੀ ਆ, ਸੀਬੈਕ ਇਫੈਕਟ ਹੀ ਹੈ ਜਿਹਦੇ ਉੱਪਰ ਇਹ ਕੰਮ ਕਰਦਾ। ਆਪਾਂ ਲਾਸਟ ਟਾਈਮ ਵੀ ਸਟੱਡੀ ਕੀਤਾ ਸੀ। ਸੋ ਇਹਦੇ ਵਿੱਚ ਕੀ ਹੁੰਦਾ, ਇੱਕ ਜਿਹੜਾ ਜੰਕਸ਼ਨ ਹੁੰਦਾ ਉਹਨੂੰ ਆਪਾਂ ਹੌਟ ਰੱਖਦੇ ਹਾਂ, ਇੱਕ ਨੂੰ ਕੋਲਡ ਰੱਖਦੇ ਹਾਂ। ਸੋ ਸੀਬੈਕ ਇਫੈਕਟ ਦੇ ਫਿਨੋਮੀਨਾ ਦੇ ਅਕੋਰਡਿੰਗ ਕੀ ਹੁੰਦਾ, ਜਦੋਂ ਵੀ ਦੋ ਅਲੱਗ-ਅਲੱਗ ਟੈਂਪਰੇਚਰ ਦੇ ਉੱਪਰ ਰੱਖੇ ਹੋਏ ਜੰਕਸ਼ਨਸ ਨੂੰ ਆਪਾਂ ਆਪਸ 'ਚ ਮਿਲਾਉਂਦੇ ਹਾਂ ਤਾਂ ਉੱਥੇ ਕੀ ਹੁੰਦਾ, ਆਪਣੇ ਕੋਲ EMF ਇੰਡਿਊਸ ਹੋ ਜਾਂਦੀ ਇਨ ਆਰਡਰ ਆਫ ਮਿਲੀ ਵੋਲਟਸ। ਠੀਕ ਹੈ, ਸੋ ਉਸੇ ਫਿਨੋਮੀਨਾ ਦੇ ਉੱਪਰ, ਸੀਬੈਕ ਦੇ ਫਿਨੋਮੀਨਾ ਦੇ ਉੱਪਰ ਜਿਹੜਾ ਥਰਮੋਕਪਲ ਕੰਮ ਕਰਦਾ। ਬਾਕੀ ਨਾਮ ਤੋਂ ਹੀ ਪਤਾ ਲੱਗਦਾ ਥਰਮੋਕਪਲ ਯਾਨੀ ਕਿ ਅਲੱਗ-ਅਲੱਗ ਟੈਂਪਰੇਚਰ ਵਾਲੇ ਜਿਹੜੇ ਮੈਟਲਸ ਹੁੰਦੇ ਆ ਉਹਨਾਂ ਨੂੰ ਆਪਾਂ ਕੀ ਕਰਦੇ ਹਾਂ, ਆਪਸ ਵਿੱਚ ਕਪਲ ਕਰ ਦਿੰਦੇ ਹਾਂ। ਸੋ ਆ ਥਰਮੋਕਪਲ ਕੈਨ ਯੂਜ਼ ਫॉर ਦਾ ਵਾਈਡ ਰੇਂਜ ਆਫ ਟੈਂਪਰੇਚਰ ਮੇਅਰਮੈਂਟ। ਠੀਕ ਹੈ, ਸੋ ਕਾਫੀ ਵਾਈਡ ਰੇਂਜ ਆਫ ਟੈਂਪਰੇਚਰ ਨੂੰ ਜਿਹੜਾ ਮੇਅਰ ਕਰਨ ਵਾਸਤੇ ਆਪਾਂ ਥਰਮੋਕਪਲ ਨੂੰ ਯੂਜ਼ ਕਰ ਸਕਦੇ ਹਾਂ। ਬਾਕੀ ਬਹੁਤ ਸਿੰਪਲ ਦੇਖੋ ਇਹਦੀ ਕੰਸਟਰਕਸ਼ਨ ਆ, ਕਾਸਟ ਵੀ ਜਿਹੜੀ ਹੁੰਦੀ ਇੰਨੀ ਜ਼ਿਆਦਾ ਨਹੀਂ ਹੁੰਦੀ ਇਹਦੀ, ਅਤੇ ਇਸੀ ਹੀ ਵਜ੍ਹਾ ਆ ਕਿ ਇਹਨੂੰ ਆਪਾਂ ਜਿਹੜਾ ਇੰਡਸਟਰੀ ਐਪਲੀਕੇਸ਼ਨ ਦੇ ਵਿੱਚ ਜਾਂ ਹੋਮ ਆਫਿਸ ਕਮਰਸ਼ੀਅਲ ਕਿਤੇ ਵੀ ਆਪਾਂ ਈਜ਼ੀਲੀ ਜਿਹੜਾ ਇਹਨੂੰ ਯੂਜ਼ ਕਰ ਸਕਦੇ ਹਾਂ। ਜੇ ਕੰਬੀਨੇਸ਼ਨ ਦੀ ਗੱਲ ਕਰੀਏ, ਕਿਉਂਕਿ ਦੇਖੋ ਦੋ ਅਲੱਗ-ਅਲੱਗ ਤਰ੍ਹਾਂ ਦੀਆਂ ਵਾਇਰ ਆਪਾਂ ਯੂਜ਼ ਕਰਦੇ ਹਾਂ ਨਾ, ਇਹਦੇ ਵਿੱਚ ਇੱਕ ਨੂੰ ਠੰਡਾ ਰੱਖਣਾ ਹੁੰਦਾ, ਇੱਕ ਨੂੰ ਗਰਮ ਕਰਨਾ ਹੁੰਦਾ। ਸੋ ਇੱਥੇ ਕੰਬੀਨੇਸ਼ਨ ਦੀ ਗੱਲ ਕਰੀਏ ਤਾਂ ਕਾਪਰ ਕਾਂਸਟੈਂਟਨ, ਆਇਰਨ ਕਾਂਸਟੈਂਟਨ, ਪਲਾਟੀਨਮ ਕ੍ਰੋਮੀਅਮ ਔਰ ਪਲਾਟੀਨਮ ਇਰੀਡੀਅਮ ਆਪਾਂ ਜਿਹੜੇ ਇਹ ਮਟੀਰੀਅਲ ਜਿਹੜੇ ਅਲੱਗ-ਅਲੱਗ ਯੂਜ਼ ਕਰ ਸਕਦੇ ਹਾਂ। ਠੀਕ ਹੈ, ਬਾਕੀ ਜਿਹੜਾ ਥਰਮੋਕਪਲ ਹੁੰਦਾ ਇਹਦੇ ਵਿੱਚ ਦੋ ਪਲੇਟਸ ਹੁੰਦੀਆਂ ਆ, ਅਲੱਗ-ਅਲੱਗ ਮੈਟਲ ਦੀਆਂ ਹੁੰਦੀਆਂ, ਦੋਨੋਂ ਸੇਮ ਦੀਆਂ ਨਹੀਂ ਹੁੰਦੀਆਂ, ਇਹ ਵੀ ਯਾਦ ਰੱਖਿਓ। ਯਾਨੀ ਕਿ ਜਿੱਦਾਂ ਇੱਕ ਆਪਣੇ ਕੋਲ ਪਲਾਟੀਨਮ ਹੋਊਗਾ ਅਤੇ ਇੱਕ ਆਪਣੇ ਕੋਲ ਰੀਡੀਅਮ ਹੋਊਗਾ, ਦੋ ਅਲੱਗ-ਅਲੱਗ ਮਟੀਰੀਅਲ ਹੋਣਗੇ, ਜਾਂ ਫਿਰ ਇੱਕ ਕਾਪਰ ਹੋਊਗਾ ਅਤੇ ਇੱਕ ਕਾਂਸਟੈਂਟਨ ਹੋਊਗਾ। ਸੋ ਦੋ ਅਲੱਗ-ਅਲੱਗ ਜਿਹੜੇ ਹੁੰਦੇ ਆ ਪਲੇਟਸ ਹੁੰਦੀਆਂ, ਅਲੱਗ-ਅਲੱਗ ਮੈਟਲਸ ਦੀਆਂ ਬਣੀਆਂ ਹੁੰਦੀਆਂ, ਦੋਨੋਂ ਪਲੇਟਸ ਜਿਹੜੀਆਂ ਹੁੰਦੀਆਂ ਆਪਾਂ ਕੀ ਕੀਤਾ ਹੁੰਦਾ, ਉਹਨੂੰ ਇੱਕ ਐਂਡ ਦੇ ਉੱਪਰ ਦੋਨਾਂ ਨੂੰ ਜੋੜਿਆ ਹੁੰਦਾ ਅਤੇ ਦੂਸਰੇ ਐਂਡ 'ਤੇ ਉਹਦੇ ਕੀ ਆਪਾਂ ਲਾਇਆ ਹੁੰਦਾ, ਵੋਲਟਮੀਟਰ ਲਗਾਇਆ ਹੁੰਦਾ। ਠੀਕ ਆ, ਸੋ ਉਹੀ ਇੱਥੇ ਲਿਖਿਆ ਵੀ ਹੋਇਆ ਆਪਾਂ, both plates are connected at one end and make a junction. So the junction is placed on the element or surface where we want to measure the temperature. ਆ ਜਿਹੜਾ ਜੰਕਸ਼ਨ ਹੁੰਦਾ ਇਹਨੂੰ ਹੀ ਆਪਾਂ ਇੱਕ ਜਿੱਦਾਂ ਮੰਨ ਲਓ ਹੁਣ ਆਹ ਇੱਕ ਇਹਨਾਂ ਨੇ ਕੈਂਡਲ ਰੱਖੀ ਹੋਈ ਆ। ਠੀਕ ਹੈ, ਇਹ ਆਪਾਂ ਦੇਖਣਾ ਵੀ ਜਿਹੜੀ ਕੈਂਡਲ ਆ ਇਹਦੇ ਵਿੱਚ ਕਿੰਨੀ ਹੀਟ ਪ੍ਰੋਡਿਊਸ ਹੋ ਰਹੀ, ਕਿੰਨੀ ਹੀਟ ਪ੍ਰੋਡਿਊਸ ਕਰਦੀ ਹੈ ਕੈਂਡਲ। ਸੋ ਉਹ ਜਿੱਥੇ ਆਪਾਂ ਟੈਂਪਰੇਚਰ ਮੇਅਰ ਕਰਨਾ ਉੱਥੇ ਹੀ ਇਹ ਜਿਹੜਾ ਜੰਕਸ਼ਨ ਹੈ ਇਹਨੂੰ ਆਪਾਂ ਰੱਖਣਾ। ਓਕੇ, ਸੋ the junction is placed on the element or surface where we want to measure the temperature. The junction is known as hot junction. So ਜਿਹੜਾ junction ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਆ, hot junction ਕਹਿੰਦੇ ਆ। And the second end of plate is kept at lower temperature ਜਾਂ room temperature. So ਇੱਕ ਨੂੰ ਤਾਂ ਆਪਾਂ ਗਰਮ ਕਰ ਲਿਆ, ਠੀਕ ਹੈ, ਇੱਕ ਨੂੰ ਆਪਾਂ ਕੀ ਕੀਤਾ, hot junction ਜਿਹੜਾ ਸੀ ਉਹਨੂੰ ਜਿਹੜੇ ਮੇਅਰ ਕਰਨਾ ਆਪਾਂ, ਜਿਹੜੀ ਵੀ ਟੈਂਪਰੇਚਰ ਜਿੱਥੇ ਮੇਅਰ ਕਰਨਾ, ਇੱਕ ਜੰਕਸ਼ਨ ਉੱਥੇ ਰੱਖਦਾ ਜਿੱਥੇ ਮੇਅਰ ਕਰਨਾ, ਦੂਸਰੇ ਜੰਕਸ਼ਨ ਨੂੰ ਆਪਾਂ ਜਿਹੜਾ ਦੂਸਰੇ ਪਾਸੇ ਰੱਖਣਾ ਜਿੱਥੇ ਰੂਮ ਟੈਂਪਰੇਚਰ ਹੋਵੇ ਜਾਂ ਨਾਰਮਲ ਟੈਂਪਰੇਚਰ ਹੋਵੇ, ਜੇ ਟੈਂਪਰੇਚਰ ਜ਼ਿਆਦਾ ਨਾ ਹੋਵੇ। ਠੀਕ ਹੈ, ਤਾਂ ਕਿ ਕੀ ਆ ਅਲੱਗ-ਅਲੱਗ ਟੈਂਪਰੇਚਰ ਉੱਥੇ ਬਣ ਜਾਣ, ਦੋ ਟੈਂਪਰੇਚਰ ਦਾ ਡਿਫਰੈਂਸ ਬਣ ਜਾਵੇ। ਸੋ ਹੁਣ ਦੇਖੋ ਟੈਂਪਰੇਚਰ ਦਾ ਜੋ ਡਿਫਰੈਂਸ ਬਣ ਗਿਆ, ਵਾਇਰ B ਜਿਹੜੀ ਹੈ ਹੌਟ ਹੋ ਗਈ, ਵਾਇਰ A ਜਿਹੜੀ ਹੈ ਕੋਲਡ ਹੋ ਗਈ, ਤਾਂ ਅਕੋਰਡਿੰਗ ਟੂ ਸੀਬੈਕ ਇਫੈਕਟ ਕੀ ਹੋਣਾ, ਦ ਟੈਂਪਰੇਚਰ ਡਿਫਰੈਂਸ ਬਿਟਵੀਨ ਦ ਟੂ ਮੈਟਲਸ ਇੰਡਿਊਸ ਦਾ ਪੋਟੈਂਸ਼ੀਅਲ ਡਿਫਰੈਂਸ। ਯਾਨੀ ਕਿ ਸੀਬੈਕ ਇਫੈਕਟ ਦੇ ਕਰਕੇ ਫਿਰ ਕੀ ਹੋਣਾ, ਦੋਨੋਂ ਜਿਹੜੀਆਂ ਵਾਇਰਸ ਆ ਇਹਨਾਂ ਦੇ ਵਿੱਚ ਕੀ ਹੋਣਾ, ਪੋਟੈਂਸ਼ੀਅਲ ਡਿਫਰੈਂਸ ਬਣ ਜਾਣਾ ਡਿਊ ਟੂ ਟੈਂਪਰੇਚਰ ਡਿਫਰੈਂਸ। ਸੋ ਉਹੀ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਬਣਿਆ ਉਹਨੇ ਕੀ ਕਰਨਾ, ਉਹਦੇ ਕਰਕੇ ਕੀ ਹੋਣਾ, ਕਰੰਟ ਫਲੋ ਹੋ ਜਾਣਾ ਹੈ ਹੌਟ ਜੰਕਸ਼ਨ ਟੂ ਕੋਲਡ ਜੰਕਸ਼ਨ। ਠੀਕ ਆ, ਉਹਦੇ ਕਰਕੇ ਕੀ ਆ, ਹੌਟ ਜੰਕਸ਼ਨ ਟੂ ਕੋਲਡ ਜੰਕਸ਼ਨ ਜਿਹੜਾ ਮੇਰੇ ਕੋਲ
ਕਰੰਟ ਫਲੋ ਹੋ ਜਾਣਾ। ਸੋ ਉਹਨੂੰ ਅੱਗੇ ਮੈਂ ਕੀ ਕਰਨਾ, ਜਿਹੜੀਆਂ ਕਾਪਰ ਦੀਆਂ ਲੀਡਸ ਲਾਈਆਂ ਹੋਈਆਂ ਇਹਦੇ ਨਾਲ ਅੱਗੇ ਕੀ ਕਰਨਾ, ਵੋਲਟਮੀਟਰ ਤੱਕ ਲੈ ਜਾਣਾ, ਤੇ ਵੋਲਟਮੀਟਰ ਤੋਂ ਆਪਾਂ ਕੀ ਕਰਨਾ ਹੈ, ਜਿਹੜਾ ਕਰੰਟ ਵੋਲਟੇਜ ਆਈ ਆ ਉਹਨੂੰ ਮੇਅਰ ਕਰ ਲੈਣਾ। ਠੀਕ ਆ। ਸੋ ਜਿਹੜੀ ਆਪਾਂ ਵਾਇਰ ਦੋ ਯੂਜ਼ ਕੀਤੀਆਂ ਆ ਡਾਇਗਰਾਮ 'ਚ ਦੇਖੋ, ਉਹਨਾਂ ਦਾ ਸਿਰਫ ਇੱਥੇ ਤੱਕ ਕੰਮ ਆ। ਇੱਕ ਮੰਨ ਲਓ ਆਪਾਂ ਪਲਾਟੀਨਮ ਯੂਜ਼ ਕੀਤਾ, ਪਲਾਟੀਨਮ ਜਿਹੜਾ ਇੱਥੋਂ ਇੱਥੇ ਤੱਕ ਆ। ਉਸ ਤੋਂ ਬਾਅਦ ਪਲਾਟੀਨਮ ਦਾ ਇਰੀਡੀਅਮ ਯੂਜ਼ ਕੀਤਾ, ਇਰੀਡੀਅਮ ਇੱਥੋਂ ਇੱਥੇ ਤੱਕ ਆ। ਠੀਕ ਆ। ਉਸ ਤੋਂ ਬਾਅਦ 'ਚ ਆਪਾਂ ਕਾਪਰ ਦੀ ਹੀ ਲੀਡ ਨਾਰਮਲ ਯੂਜ਼ ਕੀਤੀ ਹੋਈ ਹੈ, ਇਹ ਵੀ ਚੀਜ਼ ਯਾਦ ਰੱਖਿਓ। ਠੀਕ ਆ। ਸੋ ਸਰਕਿਟ, ਇਫ ਦਾ ਸਰਕਿਟ ਇਜ਼ ਕਲੋਜ਼ਡ, ਵੈਰੀ ਸਮॉल ਅਮਾਊਂਟ ਆਫ ਕਰੰਟ ਵਿਲ ਫਲੋ ਥਰੂ ਦਾ ਸਰਕਿਟ। ਯਾਨੀ ਕਿ ਜਦੋਂ ਦੇਖੋ ਹੌਟ ਤੇ ਕੋਲਡ ਜੰਕਸ਼ਨ ਆ ਗਏ ਨਾ, ਦੋ ਟੈਂਪਰੇਚਰ ਅਲੱਗ-ਅਲੱਗ, ਅੱਗੇ ਦੋ ਅਲੱਗ-ਅਲੱਗ ਟੈਂਪਰੇਚਰ ਕਰਕੇ ਕੀ ਹੋਇਆ, ਦੋਨਾਂ ਮੈਟਲਸ ਦੇ ਵਿੱਚ ਇੱਕ ਪੋਟੈਂਸ਼ੀਅਲ ਡਿਫਰੈਂਸ ਬਣ ਗਿਆ। ਉਹ ਕਿਉਂ ਬਣਿਆ ਪੋਟੈਂਸ਼ੀਅਲ ਡਿਫਰੈਂਸ? ਅਕੋਰਡਿੰਗ ਟੂ ਸੀਬੈਕ ਇਫੈਕਟ। ਸੀਬੈਕ ਇਫੈਕਟ ਕੀ ਕਹਿੰਦਾ ਕਿ ਜੇ ਮੈਂ ਦੋ ਮੈਟਲਸ ਨੂੰ ਅਲੱਗ-ਅਲੱਗ ਟੈਂਪਰੇਚਰ ਦੇ ਉੱਪਰ ਰੱਖੂੰਗਾ ਜਾਂ ਟੈਂਪਰੇਚਰ ਡਿਫਰੈਂਸ ਹੋਊਗਾ ਦੋਨਾਂ ਦੇ ਵਿੱਚ, ਤਾਂ ਕੀ ਹੋਊਗਾ, ਉੱਥੇ EMF ਇੰਡਿਊਸ ਹੋ ਜੂਗੀ। ਸੋ ਹੌਟ ਟੂ ਕੋਲਡ ਜੰਕਸ਼ਨ ਜਿਹੜੀ ਆ EMF ਇੰਡਿਊਸ ਹੋ ਜਾਣੀ ਆ। ਸੋ EMF ਕਰਕੇ ਕੀ ਹੋਣਾ, ਮੇਰਾ ਜਿਹੜੀ ਵਾਇਰ ਹੈ 'ਚੋਂ ਕਰੰਟ ਵੀ ਸਟਾਰਟ ਹੋਣਾ, ਫਲੋ ਹੋ ਜਾਣਾ। ਠੀਕ ਆ। ਸੋ ਇਹਦੇ ਨਾਲ ਆ ਦੇਖੋ ਅੱਗੇ ਮੈਂ ਕੀ ਕੀਤਾ, ਵੋਲਟਮੀਟਰ ਕਨੈਕਟ ਕੀਤਾ ਹੋਇਆ, ਤੇ ਇਹ ਜਿਹੜਾ ਵੋਲਟਮੀਟਰ ਹੋਊਗਾ ਇਹਨੇ ਕੀ ਕਰਨਾ, ਮੇਰੇ ਕੋਲ ਅੱਗੇ ਦੱਸ ਦੇਣਾ ਵੀ ਮੇਰੇ ਕੋਲ ਇੰਨੇ ਵੋਲਟ ਜਿਹੜੇ ਆ ਪ੍ਰੋਡਿਊਸ ਹੋਏ ਜਾਂ ਇੰਨੇ ਮਿਲੀ ਵੋਲਟ ਪ੍ਰੋਡਿਊਸ ਹੋਇਆ। ਠੀਕ ਆ। ਕਿਉਂਕਿ ਜਿਹੜੀ ਇਹਦੀ ਦੇਖੋ ਰੀਡਿੰਗ ਆਉਂਦੀ ਆ ਨਾ, ਜਿਹੜੀ ਆਪਾਂ ਕਹਿ ਲਈਏ ਇਹ 'ਚ ਵੋਲਟੇਜ ਪ੍ਰੋਡਿਊਸ ਹੁੰਦੀ ਆ, ਉਹ ਮਿਲੀ ਵੋਲਟਸ ਦੇ ਵਿੱਚ ਹੁੰਦੀ ਹੈ, ਬਹੁਤ ਘੱਟ ਹੁੰਦੀ ਹੈ। ਸੇਮ ਐਜ਼ ਪੀਜ਼ੋ ਇਲੈਕਟ੍ਰਿਕ ਮਟੀਰੀਅਲ, ਜਿੱਦਾਂ ਆਪਾਂ ਪੀਜ਼ੋ ਇਲੈਕਟ੍ਰਿਕ ਟ੍ਰਾਂਸਫਰ ਪੜ੍ਹਿਆ ਸੀਗਾ ਨਾ, ਵੀ ਉਹਦੇ ਉੱਪਰ ਪ੍ਰੈਸ਼ਰ ਪਾਉਂਦੇ ਆ ਤਾਂ ਇਲੈਕਟ੍ਰਿਸਿਟੀ ਪ੍ਰੋਡਿਊਸ ਹੁੰਦੀ ਹੈ, ਬਟ ਉਹ ਇਲੈਕਟ੍ਰਿਸਿਟੀ ਕੀ ਹੁੰਦੀ, ਮਿਲੀ ਵੋਲਟਸ ਦੀ ਰੇਂਜ ਹੁੰਦੀ ਹੈ। ਸਿਮਿਲਰਲੀ ਜਿਹੜਾ ਥਰਮੋਕਪਲ ਹੁੰਦਾ, ਇਹਦੇ ਵਿੱਚ ਵੀ ਜਿਹੜੀ ਆਪਣੀ ਇਲੈਕਟ੍ਰਿਸਿਟੀ ਜਾਂ ਵੋਲਟੇਜ ਪ੍ਰੋਡਿਊਸ ਹੁੰਦੀ ਆ, ਉਹ ਮਿਲੀ ਵੋਲਟਸ ਦੀ ਰੇਂਜ ਦੇ ਵਿੱਚ ਹੁੰਦੀ ਹੈ। ਸੋ ਜਿਹੜਾ ਮਿਲੀ ਵੋਲਟਸ ਹੁੰਦੇ ਆ ਉਹਨੂੰ ਆਪਾਂ ਕੀ ਕਰਦੇ ਹਾਂ, ਅੱਗੇ ਮੇਅਰ ਕਰ ਲੈਂਦੇ ਹਾਂ, ਐਂਪਲੀਫਾਇਰ ਲਾ ਕੇ ਐਂਪਲੀਫਾਇਰ ਕਰ ਲਓ, ਜਾਂ ਡਾਇਰੈਕਟ ਜਿਹੜਾ ਉਹਨੂੰ ਆਪਾਂ ਮਿਲੀ ਵੋਲਟਸ ਨੂੰ ਮੇਅਰ ਕਰਦੇ ਹਾਂ। ਠੀਕ ਆ। ਸੋ ਉਹ ਜਿਹੜਾ ਸਕੇਲ ਹੁੰਦਾ, ਫਿਰ ਆਪਾਂ ਮਿਲੀ ਵੋਲਟ ਦੇ ਹਿਸਾਬ ਨਾਲ ਕੈਲੀਬਰੇਟ ਕੀਤਾ ਹੁੰਦਾ ਕਿ ਜੇ ਮੇਰੇ ਕੋਲ ਇੰਨੇ ਵੋਲਟਸ ਆਏ ਆ ਤਾਂ ਮੇਰੇ ਕੋਲ ਜਿਹੜਾ ਟੈਂਪਰੇਚਰ ਹੋਊਗਾ ਉਹ ਸਰਕਟ ਦਾ ਇੰਨਾ ਹੋਊਗਾ। ਠੀਕ ਆ। ਸੋ ਉੱਥੋਂ ਆਪਾਂ ਕੀ ਹੈ, ਵੋਲਟ ਮਿਲੀ ਵੋਲਟ ਨੂੰ ਦੇਖ ਕੇ ਈਜ਼ੀਲੀ, ਜਾਂ ਵੋਲਟ ਨੂੰ ਦੇਖ ਕੇ ਆਪਾਂ ਈਜ਼ੀਲੀ ਟੈਂਪਰੇਚਰ ਦਾ ਆਈਡੀਆ ਲਗਾ ਸਕਦੇ ਹਾਂ ਕਿ ਇੰਨਾ ਟੈਂਪਰੇਚਰ ਆਪਣੇ ਕੋਲ। ਓਕੇ। ਸੋ ਆ ਵੋਲਟਮੀਟਰ ਇਜ਼ ਕਨੈਕਟਡ ਇਨ ਸਰਕਟ, ਦਾ ਵੋਲਟੇਜ ਮੇਡ ਬਾਈ ਦਾ ਵੋਲਟਮੀਟਰ ਇਜ਼ ਦਾ ਫੰਕਸ਼ਨ ਆਫ ਦਾ ਟੈਂਪਰੇਚਰ ਡਿਫਰੈਂਸ ਬਿਟਵੀਨ ਦਾ ਟੂ ਜੰਕਸ਼ਨ। ਠੀਕ। ਸੋ ਇਹ ਆਪਣੇ ਕੋਲ ਹੁੰਦਾ ਥਰਮੋਕਪਲ। ਸੋ ਇਹ ਆਪਣੇ ਟੌਪਿਕ ਸੀਗੇ ਅੱਜ ਦੇ। ਠੀਕ ਆ। ਥਰਮੋਕਪਲ ਪੜ੍ਹਿਆ, ਜਿਹਦੇ ਵਿੱਚ ਥਰਮਿਸਟਰ ਪੜ੍ਹਿਆ, ਤੇ RTD ਪੜ੍ਹਿਆ ਆਪਾਂ। ਠੀਕ ਆ। ਇਹਦੇ ਨਾਲ ਆ ਵੀ ਆਪਣਾ ਜਿਹੜਾ ਟੌਪਿਕ ਸੀਗਾ ਮੇਜਰਮੈਂਟ ਆਫ ਟੈਂਪਰੇਚਰ ਦਾ, ਇਹ ਵੀ ਆਪਾਂ ਕੰਪਲੀਟ ਕਰ ਚੁੱਕੇ ਹਾਂ। ਠੀਕ ਆ। ਇਹਦੇ ਵਿੱਚ ਆਪਣੇ ਕੋਲ ਜਿਹੜੇ ਤੁਹਾਨੂੰ ਵੈਸੇ ਤਾਂ ਤੁਹਾਨੂੰ ਦੱਸੇ ਕਿ ਜਿਹੜੇ ਲਾਸਟ ਵਾਲੇ 3-4 ਚੈਪਟਰ ਆ ਨਾ, ਇਹ ਬਹੁਤ ਇੰਪੋਰਟੈਂਟ ਆ। ਇਹਨਾਂ ਦੇ ਵਿੱਚ ਜਿੰਨੇ ਵੀ ਟੌਪਿਕਸ ਆਪਾਂ ਕਰਾਏ ਆ ਨੇ, ਇਹ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਆ, ਤੇ ਪ੍ਰੈਕਟੀਕਲ ਵੀ ਤੁਹਾਨੂੰ ਇਹਦੀ ਨੌਲੇਜ ਹੋਣੀ ਚਾਹੀਦੀ ਆ। ਇਸ ਕਰਕੇ ਧਿਆਨ ਨਾਲ ਕਰਨੇ ਆ। ਇਹ ਹੈ ਟੌਪਿਕ ਤਿੰਨ ਹੀ ਇਹਦੇ ਵਿੱਚ, ਬਟ ਇਹਦੇ ਵਿੱਚ ਵੀ ਐਗਜ਼ਾਮ 'ਚ ਕੁਐਸਚਨ ਪਾ ਸਕਦੇ ਆ ਆਰਾਮ ਦੇ ਨਾਲ ਉਹ। ਠੀਕ ਆ। ਸੋ ਇਹਦੇ ਨੋਟਸ ਵਗੈਰਾ ਬਣਾ ਲਿਓ, ਜੇ ਨਹੀਂ ਸਮਝ ਲੱਗਾ ਤਾਂ ਮੈਨੂੰ ਦੱਸ ਦਿਓ, ਮੈਸੇਜ ਕਰ ਦਿਓ, ਤੁਹਾਨੂੰ ਮੈਂ ਦੁਬਾਰਾ ਵੀ ਇੱਕ ਵਾਰ ਦੱਸ ਦੂੰਗਾ। ਜੇ ਕਾਲਜ ਆ ਜਿਓ, ਕਾਲਜ ਵੀ ਤੁਹਾਨੂੰ ਸਮਝਾ ਦਾਂਗੇ। ਠੀਕ ਹੈ। ਥੈਂਕ ਯੂ।